ਚੰਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ, ਸਰਬ ਕਲਾ ਭਰਪੂਰ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਈਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਦੇ ਅੰਦਰ ਬੈਠਣ ਦਾ, ਸਤਸੰਗਤ ਕਰਨ ਦਾ ਸੁਭਾਗ ਸਮਾਂ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀ ਹਾਜ਼ਰੀ ਭਰਦੇ ਹੋਏ ਆਪ ਜੀ ਨੇ ਬੜੇ ਪਿਆਰ, ਸ਼ਰਧਾ ਅਤੇ ਸਤਿਕਾਰ ਦੇ ਨਾਲ ਸਤਿਗੁਰੂ ਜੀ ਦੀ ਪਾਵਨ ਬਾਣੀ ਆਸਾ ਕੀ ਵਾਰ ਦਾ ਕੀਰਤਨ ਸਤਿਕਾਰਯੋਗ ਭਾਈ ਸਾਹਿਬ ਭਾਈ ਨੋ ਨਿਹਾਲ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਅਨੰਦਪੁਰ ਸਾਹਿਬ ਤਿਨਾਂ ਪਾਸੋਂ ਸਰਵਣ ਕੀਤਾ ਹੈ। ਆਓ ਹੁਣ ਸਮਾਂ ਹੈ ਅੰਮ੍ਰਿਤ ਵੇਲੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਵੱਲੋਂ ਇਸ ਪਾਵਨ ਸਥਾਨ 'ਤੇ ਬਖਸ਼ਿਸ਼ ਕੀਤੇ ਪਾਵਨ ਹੁਕਮਨਾਮੇ ਦੀ ਵਿਚਾਰ ਦਾ। ਅੰਮ੍ਰਿਤ ਵੇਲੇ ਦਾ ਪਾਵਨ ਹੁਕਮਨਾਮਾ ਜੈਸਰੀ ਕੀ ਵਾਰ ਦੀ 9ਵੀਂ ਪੌੜੀ ਹੈ, ਜਿਹਦੇ ਨਾਲ 2 ਸਲੋਕ ਹਨ। ਦੋਵੇਂ ਸਲੋਕ ਅਤੇ ਪੌੜੀ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੁਆਰਾ ਉਚਾਰਨ ਕੀਤੇ ਹੋਏ ਹਨ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 707 708 ਦੇ ਉੱਪਰ ਸੁਭਾਈਮਾਨ ਹਨ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਬਸੰਤ ਸਵਰਗ ਲੋਕ ਹੈ, ਜਿਤ ਤੇ ਪ੍ਰਿਥਵੀ ਨਵ ਖੰਡਣ ਹੈ। ਹੇ ਭਾਈ, ਜੇਕਰ ਕੋਈ ਮਨੁੱਖ ਸਵਰਗ ਵਰਗੇ ਦੇਸ਼ ਦੇ ਵਿੱਚ ਵਸਦਾ ਹੋਵੇ ਤੇ ਧਰਤੀ ਦੇ ਜੋ 9 ਖੰਡ ਹਨ, 9 ਹਿੱਸੇ ਹਨ, ਉਹਨਾਂ ਸਾਰਿਆਂ ਨੂੰ ਜਿੱਤ ਲਵੇ, ਭਾਵ ਕਿ ਸਾਰੇ ਸੰਸਾਰ ਦੇ ਉੱਤੇ ਜਿੱਤ ਪ੍ਰਾਪਤ ਕਰ ਲਵੇ। ਇਹ ਸੰਸਾਰ ਦੇ ਵਿੱਚ ਬਹੁਤ ਸਾਰੇ ਰਾਜੇ ਮਹਾਰਾਜੇ ਐਸੇ ਹੋਏ ਹਨ ਜਿਨ੍ਹਾਂ ਨੇ ਸੰਸਾਰ ਨੂੰ ਜਿੱਤਣ ਦਾ ਸੁਪਨਾ ਦੇਖਿਆ ਹੈ, ਪਰ ਇਹ ਸੰਸਾਰ ਨੂੰ ਕੋਈ ਜਿੱਤ ਨਹੀਂ ਸਕਿਆ। ਪਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹ ਸੰਸਾਰ ਨੂੰ ਜਿੱਤਣ ਦਾ ਇੱਕ ਬਹੁਤ ਹੀ ਸੌਖਾ ਰਸਤਾ ਗੁਰਬਾਣੀ ਦੇ ਵਿੱਚ ਦੱਸਿਆ ਹੈ। ਸਤਿਗੁਰੂ ਜੀ ਉਪਦੇਸ਼ ਕਰਦੇ ਨੇ ਕਿ ਜਿਹੜਾ ਮਨੁੱਖ ਆਪਣੇ ਮਨ ਨੂੰ ਜਿੱਤ ਲੈਂਦਾ ਹੈ, ਸਮਝੋ ਕਿ ਸੰਸਾਰ ਨੂੰ ਜਿੱਤ ਲੈਂਦਾ ਹੈ। ਮਨ ਜੀਤੈ ਜਗ ਜੀਤ। ਮਨ ਦੇ ਉੱਤੇ ਜਿੱਤ ਪ੍ਰਾਪਤ ਕਰਨੀ ਸੰਸਾਰ ਨੂੰ ਜਿੱਤਣ ਤੋਂ ਵੀ ਜ਼ਿਆਦਾ ਔਖਾ ਕੰਮ ਹੈ। ਇਸੇ ਕਰਕੇ ਕਈਆਂ ਨੇ ਯਤਨ ਕੀਤੇ, ਜਿਵੇਂ ਅਲੈਗਜ਼ੈਂਡਰ ਦਾ ਗ੍ਰੇਟ, ਸਿਕੰਦਰ ਮਹਾਨ, ਉਹਨੇ ਵੀ ਯਤਨ ਕੀਤੇ ਪਰ ਸਾਰੇ ਸੰਸਾਰ ਨੂੰ ਜਿੱਤ ਨਹੀਂ ਸਕਿਆ। ਪਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਜੇਕਰ ਕੋਈ ਐਸਾ ਮਨੁੱਖ ਬਲਸ਼ਾਲੀ ਹੋਵੇ ਵੀ ਸਾਰੇ ਸੰਸਾਰ 'ਤੇ ਜਿੱਤ ਪ੍ਰਾਪਤ ਕਰ ਲਵੇ, ਭਾਵ ਦੁਨੀਆ ਭਰ ਦੇ ਉੱਤੇ ਉਹਦਾ ਰਾਜ ਕਾਇਮ ਹੋ ਜਾਏ, ਸਾਰੇ ਸੰਸਾਰ 'ਤੇ ਉਹਦਾ ਹੁਕਮ ਚੱਲੇ, ਅਤੇ ਸਵਰਗ ਵਰਗੇ ਦੇਸ਼ ਦੇ ਵਿੱਚ ਰਹਿੰਦਾ ਹੋਵੇ। ਸਵਰਗ ਵਰਗੇ ਦੇਸ਼ ਦੇ ਵਿੱਚ ਰਹਿਣ ਦਾ ਭਾਵ ਹੈ ਕਿ ਉਹਦੇ ਕੋਲ ਜੀਵਨ ਦੇ ਸਾਰੇ ਸੁੱਖ ਹੋਣ। ਲੋਕ ਸਵਰਗ ਦੀ ਕਾਮਨਾ ਇਸੇ ਕਰਕੇ ਕਰਦੇ ਨੇ ਵੀ ਉੱਥੇ ਸੁੱਖ ਹੈ, ਪਰ ਅਸਲ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਔਰ ਭਗਤ ਸਾਹਿਬਾਨ ਨੇ ਗੁਰਬਾਣੀ ਦੁਆਰਾ ਸਾਨੂੰ ਇਹ ਸਮਝਾਉਣ ਦਾ ਯਤਨ ਕੀਤਾ ਕਿ ਜਿੰਨਾ ਚਿਰ ਮਨੁੱਖ ਨੂੰ ਨਰਕ ਦਾ ਡਰ ਅਤੇ ਸਵਰਗ ਦੀ ਆਸ ਹੈ ਨਾ, ਉਹਨਾਂ ਚਿਰ ਇਹ ਮੁਕਤੀ ਪ੍ਰਾਪਤ ਨਹੀਂ ਕਰ ਸਕਦਾ, ਇਹ ਮੋਹ ਮਾਇਆ ਤੋਂ ਮੁਕਤ ਨਹੀਂ ਹੋ ਸਕਦਾ। ਸੋ ਸਾਨੂੰ ਆਪਣੇ ਗੁਰੂ ਦੇ ਬਚਨਾਂ ਦੇ ਅਨੁਸਾਰ ਸਵਰਗ ਦਾ ਲਾਲਚ ਛੱਡਣਾ ਪਏਗਾ ਅਤੇ ਨਰਕਾਂ ਦਾ ਜਿਹੜਾ ਡਰ ਹੈ ਉਹ ਤਿਆਗਣਾ ਪਏਗਾ। ਭਗਤ ਕਬੀਰ ਜੀ ਬਖਸ਼ਿਸ਼ ਕਰਦੇ ਨੇ, ਕਿਆ ਨਰਕ ਕਵਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦਊ ਰਾਦੇ, ਹਮ ਕਾਹੂ ਕੀ ਕਾਣ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ। ਭਗਤ ਕਬੀਰ ਜੀ ਕਹਿੰਦੇ ਨੇ, ਸੰਤ ਜਿਹੜੇ ਨੇ ਪਰਮੇਸ਼ਰ ਦੇ ਨਾਮ ਨੂੰ ਜਪਣ ਵਾਲੇ, ਉਹਨਾਂ ਨੇ ਦੋਨਾਂ ਨੂੰ ਰੱਦ ਕਰ ਦਿੱਤਾ, ਸਵਰਗ ਨੂੰ ਵੀ ਅਤੇ ਨਰਕ ਨੂੰ ਵੀ। ਭਾਵ ਕਿ ਨਾ ਤਾਂ ਉਹਨਾਂ ਦੇ ਅੰਦਰ ਸਵਰਗਾਂ ਦਾ ਲਾਲਚ ਹੈ ਅਤੇ ਨਾ ਹੀ ਉਹਨਾਂ ਦੇ ਅੰਦਰ ਨਰਕ ਦਾ ਡਰ ਹੈ, ਕਿਉਂਕਿ ਉਹ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਗਏ ਹਨ। ਪਰਮਾਤਮਾ ਦੇ ਚਰਨਾਂ ਦੇ ਵਿੱਚ ਉਹਨਾਂ ਨੂੰ ਆਨੰਦ ਪ੍ਰਾਪਤ ਹੋਇਆ ਹੈ, ਅਤੇ ਜਿੱਥੇ ਪਰਮੇਸ਼ਰ ਦੇ ਚਰਨਾਂ ਨਾਲ ਕੋਈ ਜੁੜ ਜਾਂਦਾ ਹੈ, ਮਹਾਰਾਜ ਕਹਿੰਦੇ ਨੇ ਉਹ ਜਗ੍ਹਾ ਹੀ ਤੇ ਸੱਚਖੰਡ ਹੈ। ਸੋ ਜਿਹੜਾ ਮਨੁੱਖ ਦੁਨੀਆ ਦੇ ਸਾਰੇ ਸੁੱਖ ਪ੍ਰਾਪਤ ਕਰ ਲਵੇ, ਸਾਰੀ ਦੁਨੀਆ ਨੂੰ ਜਿੱਤ ਲਵੇ, ਪਰ ਜੇਕਰ ਪਰਮੇਸ਼ਰ ਦੇ ਨਾਮ ਨੂੰ ਭੁੱਲ ਜਾਂਦਾ ਹੈ, ਸਤਿਗੁਰੂ ਜੀ ਉਪਦੇਸ਼ ਕਰਦੇ ਨੇ, ਬਿਸਰੰਤ ਹਰ ਗੋਪਾਲ ਲੈ ਹੈ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ। ਹਰੀ ਨੂੰ, ਗੋਪਾਲ ਨੂੰ, ਹਰੀ ਭਾਵ ਜਿਹਦੇ ਕਰਕੇ ਸਾਰਾ ਸੰਸਾਰ ਜਿਹੜਾ ਹੈ ਹਰਿਆ ਭਰਿਆ ਹੈ, ਗੋਪਾਲ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਪਾਲਣ ਵਾਲਾ ਹੈ, ਸਾਰੀ ਸ੍ਰਿਸ਼ਟੀ ਨੂੰ ਜੋ ਪਾਲ ਰਿਹਾ ਹੈ, ਸਾਰੀ ਸ੍ਰਿਸ਼ਟੀ ਦੇ ਜੀਵਾਂ ਨੂੰ ਜੋ ਪਾਲਦਾ ਹੈ ਨਾ,
ਉਸ ਪਰਮਾਤਮਾ ਦਾ ਨਾਮ ਹੀ ਗੋਪਾਲ ਹੈ। ਐਸੇ ਹਰੀ ਨੂੰ, ਐਸੇ ਗੋਪਾਲ ਨੂੰ, ਪਰਮੇਸ਼ਰ ਨੂੰ ਜੇਕਰ ਉਹ ਮਨੁੱਖ ਭੁੱਲ ਗਿਆ ਜਿਹਦੇ ਕੋਲ ਸਾਰੇ ਸਵਰਗਾਂ ਦੇ ਸੁੱਖ ਹੋਣ ਅਤੇ ਜਿਹੜਾ ਸਾਰੀ ਧਰਤੀ ਦੇ ਉੱਤੇ ਰਾਜ ਕਰਦਾ ਹੋਵੇ, ਤਾਂ ਸਤਿਗੁਰੂ ਜੀ ਉਪਦੇਸ਼ ਕਰਦੇ ਨੇ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣੈ। ਤਾਂ ਸਮਝੋ ਕਿ ਉਹ ਜਿਹੜਾ ਪ੍ਰਾਣੀ, ਉਹ ਜਿਹੜਾ ਮਨੁੱਖ ਹੈ, ਉਹ ਉਦਿਆਨ ਭਾਵ ਜੰਗਲ ਦੇ ਵਿੱਚ ਭਰਮਣਾ, ਭਟਕ ਰਿਹਾ ਹੈ। ਮਾਨੋ ਕਿ ਉਹ ਜੰਗਲ ਦੇ ਵਿੱਚ ਭਟਕ ਰਿਹਾ। ਹੁਣ ਜੰਗਲ ਦੇ ਵਿੱਚ ਭਟਕਣ ਦਾ ਭਾਵ ਹੈ ਕਿ ਉਹਦੇ ਜੀਵਨ ਦੇ ਵਿੱਚ ਦੁੱਖ ਹੀ ਦੁੱਖ ਨੇ। ਕੋਈ ਮਨੁੱਖ ਜਿਹੜਾ ਜੰਗਲ ਦੇ ਵਿੱਚੋਂ ਜਾ ਰਿਹਾ ਹੋਵੇ, ਰਸਤਾ ਭਟਕ ਜਾਏ ਨਾ, ਤੇ ਕਈ ਐਸੇ ਜੰਗਲ ਨੇ ਕਿ ਜਿਹਦੇ ਤੋਂ ਮਨੁੱਖ ਬਾਹਰ ਨਹੀਂ ਨਿਕਲ ਸਕਦਾ। ਇੰਨੇ ਘਣੇ ਜੰਗਲ ਹਨ ਤੇ ਉਹਨਾਂ ਦੇ ਵਿੱਚੋਂ ਰਸਤਾ ਮਿਲਣਾ ਫਿਰ ਮੁਸ਼ਕਿਲ ਹੈ। ਕਈ ਤਾਂ ਐਸੇ ਜੰਗਲ ਨੇ, ਇੰਨੇ ਜ਼ਿਆਦਾ ਉਹਨਾਂ ਦੇ ਅੰਦਰ ਰੁੱਖ ਨੇ ਕਿ ਦਿਨ ਦੇ ਵਿੱਚ ਵੀ ਸੂਰਜ ਨਜ਼ਰ ਨਹੀਂ ਆਉਂਦਾ, ਦਿਨ ਦੇ ਵਿੱਚ ਵੀ ਰਾਤ ਪਈ ਰਹਿੰਦੀ ਹੈ। ਇੰਨੇ ਸੰਘਣੇ ਜੰਗਲਾਂ ਦੇ ਵਿੱਚ, ਤੇ ਨਾ ਉੱਥੇ ਖਾਣ ਵਾਸਤੇ ਕੋਈ ਭੋਜਨ ਮਿਲਦਾ ਹੈ, ਨਾ ਪੀਣ ਵਾਸਤੇ ਪਾਣੀ ਮਿਲਦਾ ਹੈ। ਸਾਰੀਆਂ ਸੁੱਖ ਸੁਵਿਧਾਵਾਂ ਜਿਹੜੀਆਂ ਨੇ ਨਾ, ਜੰਗਲ ਦੇ ਵਿੱਚ ਨਹੀਂ ਹਨ। ਸੋ ਇਸ ਕਰਕੇ ਸਤਿਗੁਰੂ ਜੀ ਉਪਦੇਸ਼ ਦੇ ਰਹੇ ਨੇ ਸਾਨੂੰ, ਇੱਕ ਸਿੰਬਲ ਵਰਤਿਆ ਉਹਨਾਂ ਨੇ, ਇੱਕ ਪ੍ਰਤੀਕ ਲਿਆ ਹੈ ਕਿ ਜਿਹੜਾ ਮਨੁੱਖ ਸਾਰੇ ਸੰਸਾਰ ਨੂੰ ਜਿੱਤ ਲਵੇ, ਜਿਹੜਾ ਮਨੁੱਖ ਸਵਰਗ ਵਰਗੇ ਦੇਸ਼ ਦੇ ਵਿੱਚ ਭਾਵ ਸਾਰੇ ਸੁੱਖ ਉਹਨੂੰ ਪ੍ਰਾਪਤ ਹੋ ਜਾਣ, ਦੁਨਿਆਵੀ ਸੁੱਖ ਮਾਣਦਾ ਹੋਵੇ, ਪਰ ਜੇ ਪਰਮਾਤਮਾ ਨੂੰ ਭੁੱਲ ਗਿਆ ਤੇ ਉਹਦੇ ਜੀਵਨ ਦੇ ਵਿੱਚ ਆਤਮਿਕ ਦੁੱਖ ਬਣੇ ਰਹਿੰਦੇ ਹਨ। ਕੌਤਕ ਕੋਡ ਤਮਾਸ਼ਿਆਂ ਚਿਤ ਨਾ ਆਵਸ ਨਾਓ। ਸੰਸਾਰ ਦੇ ਅੰਦਰ ਜੋ ਕਰੋੜਾਂ ਹੀ ਕੌਤਕ ਹੋ ਰਹੇ ਨੇ, ਤਮਾਸ਼ੇ ਹੋ ਰਹੇ ਨੇ, ਮਹਾਰਾਜ ਕਹਿੰਦੇ ਨੇ ਜੇ ਇਹਨਾਂ ਦੇ ਕਰਕੇ ਪਰਮੇਸ਼ਰ ਦਾ ਨਾਮ ਵਿਸਰ ਜਾਂਦਾ ਹੈ। ਅਸਲ ਦੇ ਵਿੱਚ ਸਤਿਗੁਰੂ ਜੀ ਦਾ ਫਰਮਾਨ ਹੈ ਕਿ ਹਰ ਬਿਸਰਤ ਸਦਾ ਖੁਆਰੀ। ਹੇ ਭਾਈ, ਜੇ ਪਰਮਾਤਮਾ ਨੂੰ ਵਿਸਾਰ ਦੋਗੇ ਨਾ, ਤਾਂ ਸਾਡੇ ਪੱਲੇ ਕੇਵਲ ਖੁਆਰੀ ਖੁਆਰੀ ਹੈ, ਹੋਰ ਕੁਝ ਵੀ ਨਹੀਂ। ਪਰਮੇਸ਼ਰ ਨੂੰ ਭੁੱਲ ਕੇ ਸਾਡੀ ਬੇਪਤੀ ਹੁੰਦੀ ਹੈ, ਪਰਮੇਸ਼ਰ ਨੂੰ ਭੁੱਲ ਕੇ ਦੁੱਖ ਮਿਲਦੇ ਨੇ, ਪਰਮੇਸ਼ਰ ਨੂੰ ਭੁੱਲ ਕੇ ਜੀਵਨ ਦੇ ਵਿੱਚ ਪਰੇਸ਼ਾਨੀਆਂ ਆਉਂਦੀਆਂ ਨੇ। ਅਸਲ ਦੇ ਵਿੱਚ ਦੁੱਖਾਂ ਦਾ ਕਾਰਨ ਹੀ ਪਰਮਾਤਮਾ ਤੋਂ ਵਿਛੋੜਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਨੇ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ ਕਿ ਜਿਹੜਾ ਵਿਛੋੜੇ ਦਾ ਦੁੱਖ ਹੈ ਨਾ, ਸਭ ਤੋਂ ਵੱਡਾ ਦੁੱਖ ਹੈ। ਪਰ ਇਸ ਦੁੱਖ ਨੂੰ ਅਸੀਂ ਜੋ ਸੰਸਾਰੀ ਜੀਵ ਹਾਂ ਅਜੇ ਸਮਝ ਨਹੀਂ ਰਹੇ ਕਿ ਸਾਡਾ ਪਰਮਾਤਮਾ ਤੋਂ ਵਿਛੋੜਾ ਪਿਆ ਹੋਇਆ। ਅਸੀਂ ਆਪਣੇ ਦੁੱਖਾਂ ਦਾ ਕਾਰਨ ਕਿਸੇ ਮਨੁੱਖ ਨੂੰ ਸਮਝ ਲੈਂਦੇ ਹਾਂ, ਕਿਸੇ ਆਪਣੇ ਦੋਸਤ ਮਿੱਤਰ ਨੂੰ, ਜਾਂ ਆਪਣੇ ਪਰਿਵਾਰ ਦੇ ਜੀਆਂ ਨੂੰ, ਜਾਂ ਕਿਸੇ ਹੋਰ ਨੂੰ। ਪਰ ਅਸਲ ਦੇ ਵਿੱਚ ਦੁੱਖਾਂ ਦਾ ਕਾਰਨ ਪਰਮਾਤਮਾ ਤੋਂ ਆਪਾਂ ਵਿਛੜੇ ਹੋਏ ਹਾਂ। ਇਹ ਸਭ ਤੋਂ ਵੱਡਾ ਕਾਰਨ ਹੈ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤਵਾਰ ਜਮਦੂਤ। ਮਹਾਰਾਜ ਕਹਿੰਦੇ ਨੇ ਇੱਕ ਦੁੱਖ ਤੇ ਵਿਛੋੜੇ ਦਾ ਹੈ ਜੋ ਸਭ ਤੋਂ ਵੱਡਾ ਹੈ। ਸਪਰੇਸ਼ਨ ਦੀ ਜਿਹੜੀ ਪੀੜਾ ਹੈ ਨਾ, ਉਹ ਸਭ ਤੋਂ ਵੱਡੀ ਹੈ। ਅਸੀਂ ਪਰਮਾਤਮਾ ਤੋਂ ਵਿਛੜੇ ਹੋਏ ਹਾਂ ਜੋ ਦੁੱਖਾਂ ਦਾ ਕਾਰਨ ਬਣ ਗਿਆ। ਮਹਾਰਾਜ ਕਹਿੰਦੇ ਨੇ ਇੱਕ ਦੁੱਖ ਭੂਖ, ਇੱਕ ਜਿਹੜਾ ਭੁੱਖ ਦਾ ਦੁੱਖ ਹੈ ਉਹ ਵੀ ਬਹੁਤ ਵੱਡਾ ਹੈ। ਤੇ ਇੱਕ ਦੁੱਖ ਜਿਹੜਾ ਹੈ ਉਹ ਮੌਤ ਦਾ ਡਰ। ਇੱਕ ਦੁੱਖ ਸਖਤਵਾਰ ਜਮਦੂਤ। ਸਖਤਵਾਰ ਭਾਵ ਜਿਹੜਾ ਤਾਕਤਵਰ ਜਮਦੂਤ ਹੈ ਨਾ, ਭਾਵ ਕਿ ਤਾਕਤਵਰ ਮੌਤ ਹੈ ਜਿਹਦੇ ਤੋਂ ਕੋਈ ਨਹੀਂ ਬਚ ਸਕਿਆ। ਕਹਿੰਦੇ ਨੇ ਰਾਵਣ ਵਰਗਿਆਂ ਨੇ ਕਾਲ ਨੂੰ ਆਪਣੇ ਪਾਵੇ ਦੇ ਨਾਲ ਬੰਨਿਆ ਹੋਇਆ ਸੀ, ਪਰ ਜਿਸ ਵੇਲੇ ਮੌਤ ਆਈ ਹੈ ਨਾ, ਤਾਂ ਫਿਰ ਕੁਝ ਵੀ ਨਹੀਂ ਸੁੱਝਿਆ। ਸੋ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਪਰਮਾਤਮਾ ਤੋਂ ਜਿਹੜਾ ਮਨੁੱਖ ਵਿਛੜ ਜਾਂਦਾ ਹੈ, ਤੇ ਵਿਛੜੇ ਵੀ ਕਿਉਂ? ਕਿਉਂਕਿ ਸੰਸਾਰ ਦੇ ਅੰਦਰ ਕਰੋੜਾਂ ਹੀ ਕੌਤਕ ਹੋ ਰਹੇ ਨੇ, ਤਮਾਸ਼ੇ ਹੋ ਰਹੇ ਨੇ। ਸੰਸਾਰ ਦੀਆਂ ਰੰਗ ਰੰਗੀਲੀਆਂ ਦੇ ਵਿੱਚ ਮਨੁੱਖ ਐਸਾ ਰੁੱਝਦਾ ਹੈ ਕਿ ਉਸ ਪਰਮੇਸ਼ਰ ਨੂੰ ਆਪਣੇ ਹਿਰਦੇ ਦੇ ਵਿੱਚ ਨਹੀਂ ਵਸਾਉਂਦਾ, ਉਸ ਪਰਮਾਤਮਾ ਦੇ ਨਾਮ ਨੂੰ ਨਹੀਂ ਜਪਦਾ, ਸਿਮਰਨ ਨਹੀਂ ਕਰਦਾ। ਤੇ ਫਿਰ ਉਹਦੀ ਅਵਸਥਾ ਇਹ ਹੋ ਜਾਂਦੀ ਹੈ, ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਓ। ਜਿੱਥੇ ਪਰਮੇਸ਼ਰ ਦਾ ਨਾਮ ਨਹੀਂ, ਮਹਾਰਾਜ ਕਹਿੰਦੇ ਨੇ ਉਹ ਜਗ੍ਹਾ ਭਿਆਨਕ ਨਰਕ ਦੇ ਸਮਾਨ ਹੈ, ਉਹ ਜਗ੍ਹਾ ਉਜਾੜ ਹੈ। ਜਿੱਥੇ ਪਰਮਾਤਮਾ ਦਾ ਨਾਮ ਨਹੀਂ, ਉਹ ਜਗ੍ਹਾ ਉਜਾੜ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਆਪਾਂ ਬਾਣੀ ਦੇ ਵਿੱਚ ਪੜ੍ਹਦੇ ਹਾਂ ਕਿ ਜਿੱਥੇ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਥਲ ਸੋਇਨ ਚੁਬਾਰੇ। ਜਿੱਥੇ ਨਾਮ ਨਾ ਜਪੀਐ ਮੇਰੇ ਗੋਇੰਦਾ, ਸਹੀ ਨਗਰ ਉਜਾੜੀ ਜੀਓ। ਮਹਾਰਾਜ ਕਹਿੰਦੇ ਨੇ ਉਹ ਵਸਦੇ ਹੋਏ ਸ਼ਹਿਰ ਵੀ ਉਜਾੜ ਨੇ ਜਿੱਥੇ ਪਰਮਾਤਮਾ ਦਾ ਨਾਮ ਨਹੀਂ ਜਪਿਆ ਜਾਂਦਾ।
ਸੋ ਜਿਸ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਨਹੀਂ, ਮਹਾਰਾਜ ਕਹਿੰਦੇ ਨੇ ਉਹ ਹਿਰਦਾ ਸਮਝੋ ਕਿ ਉਜਾੜ ਹੈ। ਸਤਿਗੁਰੂ ਜੀ ਅੰਮ੍ਰਿਤ ਬਾਣੀ ਦੇ ਵਿੱਚ ਇੱਥੋਂ ਤੱਕ ਸਮਝਾਉਂਦੇ ਨੇ, ਉਪਦੇਸ਼ ਕਰਦੇ ਨੇ ਕਿ ਜਿੱਥੇ ਪਰਮਾਤਮਾ ਦੇ ਨਾਮ ਨੂੰ ਨਹੀਂ ਜਪਿਆ ਜਾਂਦਾ, ਜਿੱਥੇ ਗੁਰੂ ਦੀ ਸੇਵਾ ਨਹੀਂ ਹੁੰਦੀ, ਉਹ ਜਗ੍ਹਾ ਤੇ ਸ਼ਮਸ਼ਾਨ ਭੂਮੀ ਦੀ ਨਿਆਈ ਹੈ। ਕਬੀਰ ਜਾਂ ਘਰ ਸਾਧਨਾ ਸੇਵੀਐ, ਹਰ ਕੀ ਸੇਵਾ ਨਾਹੀਂ, ਤੇ ਘਰ ਮਰਹਟ ਸਾਰਖੇ, ਭੂਤ ਵਸੈ ਤਿਨ ਮਾਹੀ। ਮਰਕਟ ਦਾ ਅਰਥ ਹੈ ਸ਼ਮਸ਼ਾਨ ਭੂਮੀ। ਕਹਿੰਦੇ ਨੇ ਉਹ ਘਰ ਸ਼ਮਸ਼ਾਨ ਭੂਮੀ ਦੀ ਨਿਆਈ ਨੇ, ਉੱਥੇ ਭੂਤ ਨੇ ਵਸਦੇ ਨੇ, ਜਿੱਥੇ ਪਰਮਾਤਮਾ ਦਾ ਨਾਮ ਨਹੀਂ ਤੇ ਜਿੱਥੇ ਗੁਰੂ ਦੀ ਸੇਵਾ ਨਹੀਂ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਡੇ ਉੱਤੇ ਕਿਰਪਾ ਕੀਤੀ ਹੈ। ਆਪਾਂ ਜਿੱਥੇ ਗੁਰੂ ਘਰ ਦੇ ਵਿੱਚ ਆਉਂਦੇ ਹਾਂ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਦਾ ਆਨੰਦ ਮਾਣਦੇ ਹਾਂ, ਗੁਰਬਾਣੀ ਪੜ੍ਹਦੇ ਸੁਣਦੇ ਹਾਂ, ਉੱਥੇ ਆਪਾਂ ਆਪਣੇ ਘਰਾਂ ਦੇ ਵਿੱਚ ਵੀ ਨਿਤਨੇਮ ਕਰਦੇ ਹਾਂ, ਬਾਣੀ ਪੜ੍ਹਦੇ ਹਾਂ ਅਤੇ ਬੱਚਿਆਂ ਨੂੰ ਵੀ ਜੋੜਨ ਦਾ ਯਤਨ ਕਰਦੇ ਹਾਂ। ਇਸ ਕਰਕੇ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਭਾਈ ਜਿਹੜਾ ਸਿੱਖ ਦਾ ਘਰ ਹੈ ਉਹ ਮੇਰਾ ਆਪਣਾ ਘਰ ਹੈ, ਉਹ ਗੁਰੂ ਦਾ ਘਰ ਹੈ, ਅਤੇ ਸਿੱਖ ਦੇ ਘਰ ਦਾ ਜਿਹੜਾ ਪ੍ਰਸ਼ਾਦਾ ਉਹ ਗੁਰੂ ਕਾ ਲੰਗਰ ਹੈ। ਸੋ ਕਦੇ ਵੀ ਆਪਣੇ ਮਨ ਦੇ ਵਿੱਚ ਆਪਾਂ ਮਾਣ ਨਹੀਂ ਕਰੀਏ ਵੀ ਇਹ ਘਰ ਮੇਰਾ ਹੈ। ਜਿੱਥੇ ਨਾਮ ਜਪਿਆ ਜਾਂਦਾ ਹੈ, ਜਿੱਥੇ ਬਾਣੀ ਪੜ੍ਹੀ ਜਾਂਦੀ ਹੈ, ਗੁਰੂ ਨਾਨਕ ਦਾ ਘਰ ਹੈ। ਜਿੱਥੇ ਬਾਣੀ ਪੜ੍ਹੀ ਜਾਂਦੀ ਹੈ ਉਸ ਘਰ ਦੇ ਵਿੱਚ ਲੰਗਰ ਜਿਹੜਾ ਚੱਲ ਰਿਹਾ ਗੁਰੂ ਨਾਨਕ ਦਾ ਲੰਗਰ ਹੈ। ਜਦੋਂ ਇਹ ਵਿਚਾਰ ਆਪਣੇ ਮਨ ਦੇ ਵਿੱਚ ਰੱਖਾਂਗੇ ਤੇ ਗੁਰੂ ਦੀ ਵੀ ਪ੍ਰਸੰਨਤਾ ਹਾਸਲ ਹੋਏਗੀ ਤੇ ਸਤਿਗੁਰੂ ਜੀ ਹੋਰ ਦਾਤਾਂ ਦੇ ਕੇ ਨਵਾਜਦੇ ਹਨ। ਸੋ ਉਹ ਜਗ੍ਹਾ ਮਹਾਰਾਜ ਕਹਿੰਦੇ ਨੇ ਕਰੋੜਾਂ ਨਰਕਾਂ ਦੇ ਬਰਾਬਰ ਹੈ, ਉਹ ਜਗ੍ਹਾ ਉਜਾੜ ਹੈ ਜਿੱਥੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਜਾਂਦਾ। ਮਹਾ ਭਿਆਨ ਉਦਿਆਨ ਨਗਰ ਕਰ ਮਾਨਿਆ। ਇਹ ਸੰਸਾਰ ਇੱਕ ਭਿਆਨਕ ਜੰਗਲ ਹੈ ਜਿਹਨੂੰ ਸਾਡੇ ਵਰਗੇ ਸੰਸਾਰੀ ਜੀਵ ਜਿਹੜੇ ਹਨ ਨਾ ਉਹ ਨਗਰ ਸਮਝ ਰਹੇ ਨੇ, ਉਹ ਸ਼ਹਿਰ ਸਮਝ ਰਹੇ ਹਨ। ਕਿਉਂਕਿ ਜੇ ਪਰਮੇਸ਼ਰ ਦਾ ਨਾਮ ਨਹੀਂ ਹਿਰਦੇ ਦੇ ਵਿੱਚ ਤੇ ਉਹ ਜਗ੍ਹਾ ਜਿਹੜੀ ਹੈ ਭਿਆਨਕ ਜੰਗਲ ਦੇ ਸਮਾਨ ਹੈ। ਸੋ ਅਸਲ ਦੇ ਵਿੱਚ ਸੱਚਾਈ ਇਹ ਹੈ ਕਿ ਪਰਮਾਤਮਾ ਤੋਂ ਜਿਹੜੇ ਟੁੱਟੇ ਹੋਏ ਮਨੁੱਖ ਨੇ, ਜਿਹੜੇ ਅਗਿਆਨੀ ਨੇ, ਕਿਉਂਕਿ ਅਗਿਆਨਤਾ ਨਾ ਇਸੇ ਕਰਕੇ ਇਹ ਸੰਸਾਰ ਦੀ ਸਮਝ ਨਹੀਂ ਆ ਰਹੀ। ਬਹੁਤੇ ਲੋਕਾਂ ਨੂੰ ਨਹੀਂ ਆਉਂਦੀ, ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਵੀ ਇਹ ਸੰਸਾਰ ਦੇ ਵਿੱਚ ਸਾਡੇ ਆਉਣ ਦਾ ਮਕਸਦ ਕੀ ਹੈ, ਸਾਨੂੰ ਕੀ ਕਰਨਾ ਚਾਹੀਦਾ, ਅਸੀਂ ਕੀ ਕਰ ਰਹੇ ਹਾਂ। ਉਹਨਾਂ ਦਾ ਕੋਈ ਇਸ ਪਾਸੇ ਧਿਆਨ ਨਹੀਂ ਹੈ। ਉਹਨਾਂ ਦੀ ਬਸ ਇੱਕੋ ਹੀ ਸੋਚ ਹੈ ਵੀ ਇਸ ਸੰਸਾਰ ਦੇ ਵਿੱਚ ਰਹਿ ਕੇ ਜਿੰਨਾ ਅਸੀਂ ਵੱਧ ਤੋਂ ਵੱਧ ਪੈਸਾ ਕਮਾ ਲਵਾਂਗੇ ਓਨਾ ਹੀ ਸਾਡੇ ਵਾਸਤੇ ਚੰਗਾ ਹੈ, ਸਾਨੂੰ ਸੁੱਖ ਮਿਲਣਗੇ, ਓਨਾ ਹੀ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਪੀੜ੍ਹੀਆਂ ਨੇ ਉਹਨਾਂ ਦੇ ਵਾਸਤੇ ਚੰਗਾ ਹੈ। ਇਹ ਨਹੀਂ ਸੋਚਦੇ ਕਿ ਜਦੋਂ ਇਹ ਸੰਸਾਰ ਤੋਂ ਜਾਣਾ ਤਾਂ ਕੀ ਖਾਲੀ ਹੱਥ ਜਾਵਾਂਗੇ, ਕੀ ਮੂੰਹ ਲੈ ਕੇ ਜਾਵਾਂਗੇ ਉਸ ਪਰਮਾਤਮਾ ਦੇ ਅੱਗੇ ਜਿਹਨੇ ਸਾਨੂੰ ਸੰਸਾਰ ਦੇ ਵਿੱਚ ਆਪਣਾ ਨਾਮ ਜਪਣ ਵਾਸਤੇ ਭੇਜਿਆ, ਜਿਹੜਾ ਸਾਨੂੰ ਮਨੁੱਖਾ ਜੀਵਨ ਉਹਨੇ ਆਪਣੀ ਭਗਤੀ ਦੇ ਵਾਸਤੇ, ਬੰਦਗੀ ਦੇ ਵਾਸਤੇ ਦਿੱਤਾ ਸੀ। ਉਹਦਾ ਕੋਈ ਜਵਾਬ ਹੋਏਗਾ ਸਾਡੇ ਕੋਲ? ਕੋਈ ਨਹੀਂ। ਧਰਮ ਰਾਏ ਜਬ ਲੇਖਾ ਮੰਗੈ, ਕਿਆ ਮੁਖ ਲੈ ਕੇ ਜਾਏਗਾ। ਮਹਾਰਾਜ ਕਹਿੰਦੇ ਨੇ ਕਿਹੜਾ ਮੁਖ ਲੈ ਕੇ ਜਾਏਗਾ? ਜਦੋਂ ਧਰਮਰਾਜ ਨੇ ਲੇਖਾ ਮੰਗਿਆ ਵੀ ਭਾਈ ਇਹਨਾਂ ਜੀਵਨ ਤੇਰਾ ਬਤੀਤ ਹੋਇਆ ਧਰਤੀ ਤੇ ਉੱਥੇ ਤੂੰ ਕੀ ਕਮਾਈ ਕੀਤੀ, ਕਿਆ ਤੂੰ ਖਟਿਆ ਕਹਾਂ ਗਵਾਇਆ, ਚੱਲ ਸ਼ਤਾਬ ਦੀਵਾਨ ਬੁਲਾਇਆ। ਜਦੋਂ ਉਹਨੇ ਸੱਦਣਾ ਹੈ ਨਾ ਫਿਰ ਪੁੱਛਣਾ ਸਾਰਾ ਲੇਖਾ ਜੋਖਾ, ਫਿਰ ਪੁੱਛਣਾ ਹੈ ਵੀ ਜਿਹੜੇ ਇੰਨੇ ਕੀਮਤੀ ਸੁਆਸ ਸਨ ਜਿਨ੍ਹਾਂ ਦੇ ਰਾਹੀਂ ਤੂੰ ਭਗਤੀ ਕਰਨੀ ਸੀ, ਨਾਮ ਜਪਣਾ ਸੀ, ਤੇ ਤੂੰ ਤੇ ਅਜਾਈ ਗਵਾ ਕੇ ਆ ਗਏ, ਕੁਝ ਵੀ ਨਹੀਂ ਖਟਿਆ, ਸਿਰਫ ਗਵਾਇਆ ਹੀ ਗਵਾਇਆ ਹੈ। ਸੋ ਸਤਿਗੁਰੂ ਜੀ ਉਪਦੇਸ਼ ਕਰਦੇ ਨੇ ਅਗਿਆਨਤਾ ਹੈ ਮਨੁੱਖ ਦੇ ਅੰਦਰ, ਇਸ ਕਰਕੇ ਇਹ ਸੰਸਾਰ ਦੇ ਵਿੱਚ ਆ ਕੇ ਮਸਤ ਹੋ ਜਾਂਦੇ ਨੇ, ਪਰਮਾਤਮਾ ਦੇ ਨਾਮ ਨੂੰ ਭੁੱਲ ਜਾਂਦੇ ਨੇ। ਮਹਾਰਾਜ ਕਹਿੰਦੇ ਨੇ ਇਹ ਸੰਸਾਰ ਭਿਆਨਕ ਜੰਗਲ ਹੈ, ਪਰ ਅਗਿਆਨਤਾ ਦੇ ਵਸ ਹੋਏ ਜੀਵ ਇਹਨੂੰ ਨਗਰ ਸਮਝਦੇ ਹਨ। ਝੂਠ ਸਮੱਗਰੀ ਪੇਖ ਸੱਚ ਕਰ ਜਾਣਿਆ। ਇਹ ਸਾਰੀ ਸਮੱਗਰੀ ਝੂਠੀ ਹੈ, ਪਰ ਮਹਾਰਾਜ ਕਹਿੰਦੇ ਨੇ ਅਗਿਆਨਤਾ ਹੈ ਨਾ, ਇਸ ਕਰਕੇ ਸੱਚ ਕਰਕੇ ਮੰਨ ਰਹੇ ਨੇ, ਸੱਚ ਕਰਕੇ ਜਾਣਦੇ ਨੇ। ਭਾਵ ਕਿ ਸ਼ਾਇਦ ਅਸੀਂ ਇੱਥੇ ਸਦੀਵੀ ਤੌਰ 'ਤੇ ਰਹਿਣ ਵਾਸਤੇ ਆਏ ਹਾਂ, ਇਹ ਜੀਵਨ ਸਦੀਵੀ ਥੋੜ੍ਹੀ ਹੈ। ਇਹ ਸੰਸਾਰ ਦੇ ਵਿੱਚ ਕੋਈ ਵੀ ਇੱਕ ਪਰਮਾਤਮਾ ਨੂੰ ਛੱਡ ਕੇ, ਉਹਦੇ ਨਾਮ ਨੂੰ ਛੱਡ ਕੇ, ਉਸ ਪਰਮਾਤਮਾ ਦੇ ਭਗਤਾਂ ਨੂੰ ਛੱਡ ਕੇ ਕੋਈ ਵੀ ਚੀਜ਼ ਇੱਥੇ ਥਿਰ ਨਹੀਂ ਹੈ। ਇਹ ਆਵਾਗਮਨ ਸੰਸਾਰ ਹੈ, ਜੋ ਆਇਆ ਉਹਨੇ ਜਾਣਾ ਹੈ, ਜਿਹੜੀ ਚੀਜ਼ ਬਣੀ ਹੈ ਉਹਨੇ ਮਿਟਣਾ ਹੈ, ਜਿਹਦਾ ਜਨਮ ਹੋਇਆ ਉਹਨੇ ਮਰਨਾ ਹੈ। ਇਸ ਗੱਲ ਨੂੰ ਸਤਿਗੁਰੂ ਜੀ ਬਾਰ-ਬਾਰ ਸਾਨੂੰ ਸਮਝਾਉਣ ਦਾ ਯਤਨ ਕਰਦੇ ਨੇ ਕਿ ਭਾਈ ਇਹ ਝੂਠੀ ਸਮੱਗਰੀ ਹੈ, ਇਹਨੂੰ ਦੇਖ ਦੇਖ ਕੇ ਤੂੰ ਖੁਸ਼ ਹੋ ਰਿਹਾ ਹੈ,
ਆਪਣੇ ਪੈਸੇ ਨੂੰ, ਆਪਣੇ ਬੈਂਕ ਬੈਲੈਂਸ ਨੂੰ ਦੇਖ ਕੇ ਬੜਾ ਖੁਸ਼ ਹੁੰਦਾ, ਪਰ ਜਾਂ ਤੇ ਤੂੰ ਇਹਨੂੰ ਛੱਡ ਕੇ ਚਲਾ ਜਾਏਗਾ ਜਾਂ ਫਿਰ ਤੈਨੂੰ ਛੱਡ ਕੇ ਚਲਾ ਜਾਏਗਾ ਧਨ। ਇਹ ਸਦੀਵੀ ਕਿਸੇ ਦਾ ਨਹੀਂ ਹੋਇਆ, ਤੇ ਨਾ ਹੀ ਤੂੰ ਸਦੀਵੀ ਇੱਥੇ ਰਹਿਣਾ ਹੈ, ਇੱਕ ਨਾ ਇੱਕ ਦਿਨ ਤੇ ਜਾਣਾ ਹੀ ਹੈ ਨਾ। ਸੋ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਮਨੁੱਖ ਦੇ ਅੰਦਰ ਇੰਨੀ ਅਗਿਆਨਤਾ ਹੈ ਕਿ ਸਾਰੀ ਸਮੱਗਰੀ ਝੂਠੀ ਹੈ, ਪਰ ਇਹਨੂੰ ਸੱਚ ਕਰਕੇ ਜਾਣਦਾ ਹੈ। ਕਾਮ ਕ੍ਰੋਧ ਹੰਕਾਰ ਫਿਰੈ ਦੇਵਾਨਿਆ। ਇਸੇ ਕਰਕੇ ਇਹਦੀ ਇਹ ਅਵਸਥਾ ਹੋ ਗਈ ਹੈ ਵੀ ਇਹਦੇ ਅੰਦਰ ਕਾਮ ਵੀ ਆ ਗਿਆ, ਇਹਦੇ ਅੰਦਰ ਕ੍ਰੋਧ ਵੀ ਆ ਗਿਆ, ਇਹਦੇ ਅੰਦਰ ਹੰਕਾਰ ਵੀ ਆ ਗਿਆ। ਜੇ ਬਹੁਤ ਧਨ ਦੌਲਤ ਹੋ ਗਈ, ਜਾਂ ਪ੍ਰਮਾਤਮਾ ਨੇ ਸੁੰਦਰ ਰੂਪ ਦੇ ਦਿੱਤਾ, ਜਾਂ ਜ਼ਮੀਨਾਂ ਜਾਇਦਾਦਾਂ ਬਣ ਗਈਆਂ, ਤੇ ਮਨ ਦੇ ਵਿੱਚ ਹੰਕਾਰ ਹੈ, ਤੇ ਹੰਕਾਰ ਦੇ ਕਰਕੇ ਹੋਰ ਵੀ ਵਿਕਾਰ ਆ ਜਾਂਦੇ ਨੇ, ਕ੍ਰੋਧ ਵੀ ਪੈਦਾ ਹੋ ਜਾਂਦਾ ਹੈ। ਹੰਕਾਰ ਦੇ ਕਰਕੇ ਕ੍ਰੋਧ ਇਸ ਤਰ੍ਹਾਂ ਹੁੰਦਾ ਹੈ ਕਿ ਮਨੁੱਖ ਦੇ ਅੰਦਰ ਹੰਕਾਰ ਹੈ ਕਿ ਮੈਂ ਸਭ ਤੋਂ ਵੱਡਾ ਵਾਂ। ਜਦੋਂ ਕੋਈ ਉਹਦੀ ਬਰਾਬਰੀ ਤੇ ਆਉਣ ਦਾ ਯਤਨ ਕਰਦਾ ਹੈ ਨਾ, ਤੇ ਜ਼ੋਰ ਲਾਉਂਦਾ ਹੈ ਕਿ ਮੇਰੇ ਬਰਾਬਰ ਨਾ ਆ ਜਾਏ, ਪਰ ਜਦੋਂ ਜ਼ੋਰ ਚੱਲਦਾ ਨਹੀਂ ਫਿਰ ਕ੍ਰੋਧ ਆਉਂਦਾ ਹੈ, ਫਿਰ ਇਹਨੂੰ ਗੁੱਸਾ ਆਉਂਦਾ ਹੈ। ਆਪਣੇ ਬਰਾਬਰ ਦਾ ਜਾਂ ਆਪਣੇ ਵਰਗਾ ਕਿਸੇ ਨੂੰ ਦੇਖਣਾ ਨਹੀਂ ਚਾਹੁੰਦਾ ਮਨੁੱਖ ਜਿਹੜਾ ਹੈ, ਇੰਨਾ ਜ਼ਿਆਦਾ ਹੰਕਾਰੀ ਹੈ। ਜਦੋਂ ਕ੍ਰੋਧ ਆਉਂਦਾ ਫਿਰ ਕਾਮ ਵੀ ਪੈਦਾ ਹੁੰਦਾ, ਵਾਸ਼ਨਾ ਵੀ ਪੈਦਾ ਹੁੰਦੀ ਹੈ, ਫਿਰ ਲੋਭ ਵੀ ਪੈਦਾ ਹੁੰਦਾ ਹੈ, ਤੇ ਸੰਸਾਰ ਦਾ, ਪਰਿਵਾਰ ਦਾ, ਧਨ ਦੌਲਤ ਦਾ, ਆਪਣੀ ਸੁੰਦਰਤਾ ਦਾ ਮੋਹ ਵੀ ਅੰਦਰ ਪੈਦਾ ਹੋ ਜਾਂਦਾ ਹੈ। ਤੇ ਜਦੋਂ ਇਹ ਸਾਰੇ ਵਿਕਾਰ ਆ ਜਾਂਦੇ ਨੇ, ਫਿਰ ਪਾਗਲਾਂ ਦੀ ਤਰ੍ਹਾਂ ਫਿਰਦਾ ਹੈ, ਫਿਰ ਇਹ ਝੱਲਿਆਂ ਦੀ ਤਰ੍ਹਾਂ ਫਿਰਦਾ, ਫਿਰ ਇਹ ਦੀਵਾਨਿਆਂ। ਕਾਮ ਕ੍ਰੋਧ ਹੰਕਾਰ, ਕਾਮ ਕ੍ਰੋਧ ਦੇ ਵਿੱਚ, ਹੰਕਾਰ ਦੇ ਵਿੱਚ ਦੀਵਾਨਿਆਂ ਦੀ ਤਰ੍ਹਾਂ, ਝੱਲਿਆਂ ਦੀ ਤਰ੍ਹਾਂ, ਪਾਗਲਾਂ ਦੀ ਤਰ੍ਹਾਂ ਫਿਰਦਾ ਹੈ। ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ। ਜਦੋਂ ਸਿਰ ਦੇ ਵਿੱਚ ਜਮਾਂ ਦਾ ਡੰਡਾ ਵੱਜਦਾ ਹੈ, ਭਾਵ ਜਦੋਂ ਮੌਤ ਸਿਰ ਦੇ ਉੱਤੇ ਆ ਕੇ ਖੜੀ ਹੋ ਜਾਂਦੀ, ਸਿਰ ਦੇ ਵਿੱਚ ਜਮਾਂ ਦਾ ਡੰਡਾ ਵੱਜਣਾ ਭਾਵ ਮੌਤ ਦਾ ਸਮਾਂ ਆ ਜਾਣਾ। ਜਿਸ ਵੇਲੇ ਮੌਤ ਦਾ ਸਮਾਂ ਆ ਜਾਂਦਾ, ਦੇਖਦਾ ਕਿ ਮੌਤ ਸਾਹਮਣੇ ਹੈ, ਹੁਣ ਮਨੁੱਖ ਕਹਿੰਦਾ ਵੀ ਮੈਂ ਨਾਮ ਜਪ ਲਵਾਂ, ਪਰ ਉਦੋਂ ਨਾਮ ਨਹੀਂ ਜਪਿਆ ਜਾਂਦਾ। ਉਦੋਂ ਕਿਹਨੇ ਨਾਮ ਜਪਣ ਦੇਣਾ ਹੈ? ਜਦੋਂ ਆਖਰੀ ਸਮਾਂ ਆ ਗਿਆ, ਇੱਕ ਵੀ ਸਵਾਸ ਜਿਹੜੇ ਨੇ ਨਾ ਮਨੁੱਖ ਵੱਧ ਨਹੀਂ ਲੈ ਸਕਦਾ। ਕਹਿੰਦੇ ਨੇ ਕਿ ਸਿਕੰਦਰ ਨੇ ਕਿਹਾ ਆਪਣੇ ਜਿਹੜੇ ਉਹਦੇ ਸ਼ਾਹੀ ਹਕੀਮ ਸਨ ਕਿ ਮੇਰੀ ਅੱਧੀ ਦੌਲਤ ਮੈਂ ਉਹਨੂੰ ਦੇਣ ਵਾਸਤੇ ਤਿਆਰ ਹਾਂ ਜਿਹੜਾ ਮੈਨੂੰ ਕੁਝ ਦਿਨਾਂ ਦੀ ਜ਼ਿੰਦਗੀ ਦੇ ਦੇਵੇ, ਕੋਈ ਐਸਾ ਇਲਾਜ ਕਰੋ ਕਿ ਮੈਨੂੰ ਥੋੜ੍ਹੇ ਸਮੇਂ ਦੀ ਮੋਹਲਤ ਮਿਲ ਜਾਏ। ਤੇ ਸ਼ਾਹੀ ਹਕੀਮ ਕਹਿਣ ਲੱਗੇ ਕਿ ਹੇ ਸਿਕੰਦਰ, ਅੱਧੀ ਦੌਲਤ ਛੱਡ ਕੇ ਜੇ ਤੂੰ ਸਾਰੀ ਦੌਲਤ ਵੀ ਦੇ ਦੇਂਗਾ ਨਾ, ਤਾਂ ਤੈਨੂੰ ਇੱਕ ਛਿਨ ਵਾਸਤੇ ਵੀ ਕਿਸੇ ਨੇ ਜੀਵਨ ਨਹੀਂ ਦੇਣਾ, ਇੱਕ ਛਿਨ ਦੀ ਵੀ ਜ਼ਿੰਦਗੀ ਤੈਨੂੰ ਨਹੀਂ ਮਿਲਣੀ, ਕਿਉਂਕਿ ਜਿੰਨੇ ਤੇਰੇ ਸਵਾਸ ਨੇ, ਜਿੰਨੇ ਤੇਰੇ ਸੰਸਾਰ ਦੇ ਵਿੱਚ ਛਿਣ ਨੇ, ਉਹ ਖਤਮ ਹੋ ਗਏ, ਤੇ ਫਿਰ ਉਸ ਤੋਂ ਬਾਅਦ ਨਹੀਂ ਕੁਝ ਨਹੀਂ ਹੋ ਸਕਦਾ। ਸੋ ਇਹ ਸੁਣ ਕੇ ਬੜਾ ਹੈਰਾਨ ਹੋਇਆ ਸਿਕੰਦਰ। ਮਨ ਦੇ ਵਿੱਚ ਸੋਚਦਾ, ਮੈਂ ਐਵੇਂ ਹੀ ਸੰਸਾਰ ਨੂੰ ਜਿੱਤਣ ਦਾ ਸੁਪਨਾ ਦੇਖਦਾ ਰਿਹਾ। ਜੇ ਇੱਕ ਸਵਾਸ ਵੀ ਵੱਧ ਨਹੀਂ ਲੈ ਸਕਦੇ, ਜੇ ਇੱਕ ਛਿਨ ਵੀ ਨਹੀਂ ਰਹਿ ਸਕਦੇ ਵੱਧ ਇਸ ਸੰਸਾਰ ਦੇ ਵਿੱਚ, ਤੇ ਫਿਰ ਇੰਨਾ ਅਡੰਬਰ ਕਰਨ ਦੀ ਲੋੜ ਕੀ ਸੀ ਮੈਨੂੰ। ਸੋ ਕਹਿਣ ਦਾ ਭਾਵ ਇਹ ਹੈ ਕਿ ਅਖੀਰਲੇ ਸਮੇਂ ਦੇ ਉੱਤੇ ਜੇ ਮਨੁੱਖ ਆਖੇ ਕਿ ਮੈਂ ਨਾਮ ਜਪ ਲਵਾਂ, ਤੇ ਨਾਮ ਨਹੀਂ ਜਪਿਆ ਜਾਣਾ, ਉਸ ਵੇਲੇ ਤੇ ਜਮਾਂ ਦਾ ਡੰਡਾ ਸਿਰ ਦੇ ਵਿੱਚ ਵੱਜਣਾ ਹੈ। ਸਤਿਗੁਰੂ ਜੀ ਉਪਦੇਸ਼ ਕਰਦੇ ਨੇ, ਫਿਰ ਪਛਤਾਉਂਦਾ ਹੈ ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨਿਆ। ਮਹਾਰਾਜ ਕਹਿੰਦੇ ਨੇ ਪੂਰੇ ਗੁਰੂ ਦੀ ਸ਼ਰਨ ਦੇ ਵਿੱਚ ਆਇਆਂ ਤੋਂ ਬਿਨਾਂ ਜਿਹੜੇ ਜੀਵ ਨੇ, ਮਹਾਰਾਜ ਕਹਿੰਦੇ ਨੇ ਸ਼ੈਤਾਨਾਂ ਦੀ ਤਰ੍ਹਾਂ ਫਿਰਦੇ ਹਨ। ਜਿੰਨੇ ਵੀ ਕੰਮ ਕਰਦੇ ਨੇ ਨਾ, ਉਹ ਸ਼ੈਤਾਨਾਂ ਵਾਲੇ ਕੰਮ ਕਰਦੇ ਨੇ, ਜਿਨ੍ਹਾਂ ਦੇ ਸਿਰ ਤੇ ਗੁਰੂ ਪੀਰ ਨਹੀਂ, ਜਿਨ੍ਹਾਂ ਨੇ ਗੁਰੂ ਧਾਰਨ ਨਹੀਂ ਕੀਤਾ, ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ। ਕਦੇ ਵੀ ਦੇਖੋ ਕਿ ਜਿਹੜਾ ਮਨੁੱਖ ਨਾਮ ਨਾ ਜਪਦਾ ਹੋਵੇ ਨਾ, ਜਿਹੜਾ ਸਿਮਰਨ ਨਹੀਂ ਕਰਦਾ ਜਾਂ ਜਿਹੜਾ ਸਤਸੰਗ ਨਹੀਂ ਕਰਦਾ, ਉਹਦੇ ਕੰਮ ਵੱਲ ਨਿਗਾਹ ਮਾਰਿਓ, ਉਹਦੇ ਕੰਮ ਸਾਰੇ ਸ਼ੈਤਾਨਾਂ ਵਾਲੇ ਹੋਣਗੇ। ਕਦੇ ਕਿਸੇ ਦਾ ਵਿਗਾੜਤਾ, ਕਦੇ ਕਿਸੇ ਦਾ ਵਿਗਾੜਤਾ, ਕਦੀ ਕੋਈ ਉਲਟਾ ਸਿੱਧਾ ਕੰਮ ਕਰ ਲਿਆ, ਕਦੀ ਕੋਈ। ਉਹ ਜਿੰਨਾ ਚਿਰ ਸੰਸਾਰ ਦੇ ਵਿੱਚ ਰਹਿੰਦਾ ਹੈ ਨਾ, ਉਹਨਾਂ ਚਿਰ ਹੀ ਸ਼ੈਤਾਨੀਆਂ ਕਰਦਾ ਰਹਿੰਦਾ। ਮਹਾਰਾਜ ਕਹਿੰਦੇ ਨੇ ਸ਼ੈਤਾਨਾਂ ਦੀ ਤਰ੍ਹਾਂ ਫਿਰਦੇ ਨੇ ਜਿਨ੍ਹਾਂ ਨੂੰ ਪੂਰੇ ਗੁਰੂ ਦੀ ਸ਼ਰਨ ਪ੍ਰਾਪਤ ਨਹੀਂ ਹੁੰਦੀ। ਸਾਡੇ ਵੱਡੇ ਭਾਗ ਨੇ ਸਾਧ ਸੰਗਤ ਜੀ, ਅਸੀਂ ਪੂਰੇ ਗੁਰੂ ਦੀ ਸ਼ਰਨ ਦੇ ਵਿੱਚ ਹਾਂ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ 'ਤੇ ਕਿਰਪਾ ਕਰਨ, ਸਾਨੂੰ ਨਾਮ ਦੀਆਂ ਦਾਤਾਂ, ਗੁਰਸਿੱਖੀ ਜੀਵਨ, ਚੜ੍ਹਦੀਆਂ ਕਲਾਂ, ਆਪਣੇ ਚਰਨਾਂ ਦਾ ਪ੍ਰੇਮ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।